ਸੋ ਦੋਸਤੋ, ਇੱਕ ਵਾਰ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਝਾਂਜਰ ਦੇ ਇਸ ਲਾਈਵ ਟਾਕ ਸ਼ੋਅ ਦੇ ਵਿੱਚ, ਜਿਸ ਦਾ ਨਾਮ ਹੈ ਜ਼ਰੂਰੀ ਗੱਲ, ਜਿਸ ਦੇ ਵਿੱਚ ਅਸੀਂ ਲੈ ਕੇ ਪੇਸ਼ ਹੁੰਦੇ ਹਾਂ ਉਹ ਸਰਗਰਮੀਆਂ, ਉਹ ਨਿਊਜ਼, ਉਹ ਘਟਨਾਵਾਂ ਜਿਹੜੀਆਂ ਪਿਛਲੇ 24 ਆਵਰ ਦੇ ਵਿੱਚ ਵਾਪਰਦੀਆਂ ਹਨ, ਚਾਹੇ ਉਹ ਰਾਜਨੀਤਿਕ ਹੋਣ, ਸਮਾਜਿਕ ਹੋਣ ਤਾਂ ਜਾਂ ਤੁਹਾਡੇ ਨਾਲ ਸਿੱਧੀਆਂ ਜਾਂ ਅਸਿੱਧੀਆਂ ਜੁੜੀਆਂ ਹੋਈਆਂ। ਸੋ ਜਿੱਥੇ ਮੈਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ, ਮੈਂ ਹਾਜ਼ਰ ਹਾਂ ਟੋਰਾਂਟੋ ਸਟੂਡੀਓ ਤੋਂ ਰਵੀ ਜੱਸਲ, ਝਾਂਜਰ TV 'ਤੇ ਤੁਹਾਡੇ ਲਈ ਅੱਜ ਦੀ ਇਹ ਚਰਚਾ ਲੈ ਕੇ। ਸੋ ਜਿਸ ਦੇ ਵਿੱਚ ਮੈਂ ਗੱਲ ਕਰਾਂਗਾ ਕਿ ਕੀ ਵਾਪਰਿਆ ਹੈ, ਮੇਨ ਜੋ ਹੋਣਗੀਆਂ ਸਾਡੇ ਕੋਲੇ, ਅਤੇ ਉਹ ਕਿਹੜੀਆਂ ਸਰਗਰਮੀਆਂ ਹਨ ਜਿਨ੍ਹਾਂ ਨੂੰ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਵਰ ਕਰਾਂਗੇ। ਜਿਵੇਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਭ ਤੋਂ ਵੱਡੀ ਚਰਚਾ ਇਸ ਟਾਈਮ ਚੱਲ ਰਹੀ ਹੈ, ਕਿਉਂਕਿ ਵੋਟਿੰਗ ਦਾ ਜੋ ਦੌਰ ਚੱਲ ਰਿਹਾ ਹੈ, ਅਲੱਗ-ਅਲੱਗ ਲੋਕ ਅਲੱਗ-ਅਲੱਗ ਪਾਰਟੀਆਂ ਨੂੰ ਜੁਆਇਨ ਕਰ ਰਹੇ ਹਨ, ਕੋਈ ਪਾਰਟੀ ਛੱਡ ਕੇ ਜਾ ਰਿਹਾ ਹੈ। ਪਰ ਅੱਜ ਦੀ ਸਭ ਤੋਂ ਚਰਚਾ ਦਾ ਜਿਹੜਾ ਵਿਸ਼ਾ ਹੈ ਉਹ ਹੈ ਸੋਨੂ ਸੂਦ ਦੀ ਭੈਣ ਦਾ ਕਾਂਗਰਸ ਦੇ ਵਿੱਚ ਆਉਣਾ। ਸੋ ਇਸੇ ਤਰ੍ਹਾਂ ਹੀ ਦੂਸਰੀ ਜਿਹੜੀ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਹੈ, ਤੁਹਾਨੂੰ ਯਾਦ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕੇਸ ਦਰਜ ਹੋਇਆ ਸੀ ਨਸ਼ੇ ਨੂੰ ਲੈ ਕੇ। ਉਸ ਦੇ ਵਿੱਚ ਉਹਨਾਂ ਨੇ ਅਰਜੀ ਪਾਈ ਸੀ, ਪਹਿਲਾਂ ਅਦਾਲਤ ਦੇ ਵਿੱਚ ਮੋਹਾਲੀ ਦੇ ਵਿੱਚ ਅਤੇ ਫਿਰ ਹਾਈ ਕੋਰਟ ਦੇ ਵਿੱਚ। ਸੋ ਉਹਨਾਂ ਦੀ ਉਹ ਜਿਹੜੀ ਜ਼ਮਾਨਤ ਦੀ ਅਰਜੀ ਆ ਉਹ ਉਹਨਾਂ ਦੀ ਮਨਜ਼ੂਰ ਹੋ ਗਈ ਹੈ, ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਜੇ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਹੁਤ ਕੋਸ਼ਿਸ਼ ਕਰ ਰਹੀ ਹੈ, ਉਸੇ ਤਰ੍ਹਾਂ ਹੀ ਉੱਤਰਾਖੰਡ ਦੇ ਵਿੱਚ ਵੀ ਉਹ ਚੋਣਾਂ ਦੇ ਵਿੱਚ ਉਤਰੀ ਹੋਈ ਹੈ, ਅਤੇ ਉੱਥੇ ਜੋ ਮਨੀਸ਼ ਸਿਸੋਦੀਆ ਹੈ ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ, ਆਪਣੇ ਜੋ ਆਉਣ ਵਾਲੇ ਟੀਚੇ ਦੱਸੇ ਅਤੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਉਹ ਆਮ ਆਦਮੀ ਪਾਰਟੀ ਦੀ ਹੈਲਪ ਕਰ ਸਕਦੇ ਹਨ ਕਿ ਤਾਂ ਕਿ ਉਹ ਅਗਲੀਆਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰ ਸਕਣ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਇੱਕ ਪੈਂਪਲੇਟ ਵੰਡੇ ਗਏ, ਜਿਸ ਦੇ ਵਿੱਚ ਅਲੱਗ-ਅਲੱਗ ਇਲਜ਼ਾਮ ਲਗਾਏ ਗਏ। ਸੋ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਰਿਐਕਟ ਕੀਤਾ ਅਕਾਲੀ ਪਾਰਟੀ ਨੇ, ਉਹਦੀ ਵੀ ਗੱਲ ਕਰਾਂਗੇ। ਫਿਰ ਗੱਲ ਆ ਗਈ ਜੋ ਕਿ ਸਭ ਤੋਂ ਜ਼ਰੂਰੀ ਹੈ, ਜਾਨ ਹੈ ਤਾਂ ਜਹਾਨ ਹੈ। ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਵਰਲਡ ਦੇ ਵਿੱਚ ਇਸ ਟਾਈਮ ਓਮੀਕਰੋਨ ਸਾਰੇ ਕਿਤੇ ਫੈਲਿਆ, ਸਾਰੀ ਕੰਟਰੀਆਂ ਦੇ ਵਿੱਚ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਨੇ ਇਹ ਵੀ ਰੋਕ ਲਾਈ ਸੀ ਕਿ ਜੋ ਵੀ ਬੰਦਾ ਬਾਹਰੋਂ ਆਵੇਗਾ ਉਸ ਨੂੰ ਹੁਣ ਕੁਆਰੰਟਾਈਨ ਕਰਨਾ ਪਵੇਗਾ। ਸੋ ਕੇਂਦਰ ਨੇ ਸੂਬਿਆਂ ਨੂੰ ਚਿੱਠੀ ਲਿਖ ਕੇ ਕੁਝ ਸਲਾਹ ਦਿੱਤੀ ਹੈ ਕਿ ਕਿਸ ਤਰ੍ਹਾਂ ਉਹ ਇਸ ਤੋਂ ਬਚਾਅ ਕਰ ਸਕਦੇ ਹਨ। ਸੋ ਇਹ ਸੀ ਅੱਜ ਦੀਆਂ ਜੋ ਕੁਝ ਮੇਨ ਖਬਰਾਂ ਹਨ ਜਿਨ੍ਹਾਂ 'ਤੇ ਆਪਾਂ ਝਾਤ ਮਾਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੋਨੂ ਸੂਦ ਦੀ ਭੈਣ ਦੀ, ਜਿਸ ਦਾ ਨਾਮ ਹੈ ਮਾਲਵਿਕਾ ਸੂਦ। ਸੋ ਉਸਨੇ ਕਾਂਗਰਸ ਨੂੰ ਜਿਹੜਾ ਹੈ ਉਹ ਉਸ 'ਤੇ ਜੁਆਇਨ ਕਰ ਲਿਆ ਹੈ, ਅਤੇ ਪਰ ਉਸ ਨੂੰ ਸੇਮ ਟਾਈਮ ਹੀ ਜਿਹੜੀ ਹੈ ਉੱਥੋਂ ਦੀ ਟਿਕਟ ਵੀ ਜਿਹੜੀ ਹੈ ਪੇਸ਼ ਕਰ ਦਿੱਤੀ ਹੈ ਕਾਂਗਰਸ ਨੇ। ਜਿੱਥੇ ਨਵਜੋਤ ਸਿੰਘ ਸਿੱਧੂ ਹਾਜ਼ਰ ਸਨ, ਉੱਥੇ ਹੀ CM ਚੰਨੀ ਜਿਹੜੇ ਉਹ ਵੀ ਹਾਜ਼ਰ ਸਨ। ਸੋ ਉਹਨਾਂ ਨੇ ਆਪ ਉਹਨਾਂ ਨੂੰ ਜੁਆਇਨ ਕਰਾਈ ਹੈ ਇਹ ਪਾਰਟੀ ਆਪਣੀ। ਸੋ ਜਦੋਂ ਉਹ ਜੁਆਇਨ ਕਰ ਰਹੇ ਸਨ ਤਾਂ ਫਿਰ ਉਹਨਾਂ ਨੇ ਉੱਥੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ, ਜਿੱਥੇ ਵਿੱਚ ਉਹਦੇ ਇੱਕ ਪ੍ਰੈਸ ਕਾਨਫਰੰਸ ਮਾਲਵਿਕਾ ਸੂਦ ਦੇ ਘਰ ਦੇ ਵਿੱਚ ਹੀ ਹੋਈ। ਸੋ ਉਸ ਨੂੰ ਕਈ ਨੈਟਵਰਕ ਦੇ ਉੱਤੇ ਲਾਈਵ ਵੀ ਕੀਤਾ ਗਿਆ। ਸੋ ਉਸ 'ਤੇ ਰਸਮੀ ਐਲਾਨ ਕੀਤਾ ਗਿਆ, ਅਤੇ ਜਿਹੜਾ ਸੋਨੂ ਸੂਦ ਦੀ ਭੈਣ ਨੇ ਇਸ ਕਰਕੇ ਵੀ ਉਹਨੂੰ ਲਿਆ ਗਿਆ ਕਿ ਪਿਛਲੇ ਦਿਨਾਂ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਸੋਨੂ ਸੂਦ ਨੇ ਇਹ ਐਲਾਨ ਕੀਤਾ ਸੀ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਫੈਮਿਲੀ ਨੂੰ ਲੈ ਕੇ ਰਾਜਨੀਤੀ ਦੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋਣਗੇ। ਉਹਨਾਂ ਨੇ ਕਈ ਸਭਾਵਾਂ ਦੇ ਵਿੱਚ ਸੰਬੋਧਨ ਵੀ ਕੀਤਾ। ਫਿਰ ਇਹ ਵੀ ਕਿਆ ਸਾਰੀਆਂ ਲਗਾ ਰਹੀਆਂ ਸਨ ਕਿ ਸ਼ਾਇਦ ਸੋਨੂ ਸੂਦ ਖੁਦ ਵੀ ਐਕਟਿਵ ਰਾਜਨੀਤੀ ਦੇ ਵਿੱਚ ਆ ਜਾਣ ਪੰਜਾਬ ਦੀ, ਪਰ ਉਲਟਾ ਉਹਨਾਂ ਨੇ ਆਪਣੀ ਭੈਣ ਨੂੰ ਅੱਗੇ ਕੀਤਾ। ਸੋ ਕਾਂਗਰਸ ਸਰਕਾਰ ਨੂੰ ਉਹਨਾਂ ਦੀ ਸਿਸਟਰ ਨੇ ਜੁਆਇਨ ਕੀਤਾ। ਸੋ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇੱਕ ਨੇਕ ਲੜਕੀ ਹੈ, ਨਾਮਵਰ ਪਰਿਵਾਰ ਦੀ ਲੜਕੀ ਹੈ, ਸੋ ਜਿਹਨੇ NGO ਚਲਾ ਕੇ ਵੀ ਆਪਣਾ ਨਾਮ ਕਮਾਇਆ ਹੈ, ਲੋਕਾਂ ਦੀ ਸੇਵਾ ਕੀਤੀ ਹੈ, ਅਤੇ ਕਾਂਗਰਸ ਦੇ ਵਿੱਚ ਆ ਕੇ ਹੁਣ ਇਹ ਵੱਡੇ ਪੱਧਰ 'ਤੇ ਹੋਰ ਲੋਕਾਂ ਦੀ ਸੇਵਾ ਕਰ ਸਕੂਗੀ। ਸੋ ਇਸੇ ਤਰ੍ਹਾਂ ਹੀ ਮਾਲਵਿਕਾ ਨੇ ਵੀ CM ਚੰਨੀ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੇ ਆ ਕਿ ਬਹੁਤ ਸਾਰੇ ਲੋਕ ਹੁਣ ਉਹਨਾਂ ਨੂੰ ਪਸੰਦ ਕਰਦੇ ਹਨ, ਕਿਉਂਕਿ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੇ ਕੰਮ ਕੀਤੇ ਹਨ। ਸੋ ਹਰ ਇਨਸਾਨ ਦਾ ਜਿਹੜਾ ਪੰਜਾਬ ਦਾ ਹੈ ਉਹਦਾ ਜ਼ੁਬਾਨ 'ਤੇ ਨਾਮ ਹੈ CM ਚੰਨੀ ਦਾ। ਸੋ ਇਸੇ ਤਰ੍ਹਾਂ ਹੀ ਫਿਰ ਮੋਗਾ ਉਹਦੇ ਸ਼ਾਮਲ ਹੋਣ ਦੇ ਨਾਲ ਹੀ ਚਰਚਾ ਦਾ ਹੋਰ ਵੀ ਚਰਚਾ ਹੋਈ, ਵਿਰੋਧ ਵੀ ਹੋਇਆ, ਕਿਉਂਕਿ ਬਹੁਤ ਸਾਰੇ ਹੋਰ ਉਮੀਦਵਾਰ ਵੀ ਇਹ ਕਿਆਸ ਰਾਈਆਂ ਲਗਾ ਰਹੇ ਸਨ ਕਿ ਉਹਨਾਂ ਨੂੰ ਸੀਟ ਮਿਲੇਗੀ, ਪਰ ਜਿਵੇਂ ਹੀ ਇਹਨਾਂ ਨੂੰ ਇਸ ਟਿਕਟ ਦਾ ਐਲਾਨ ਹੋਇਆ ਤਾਂ ਉਹਨਾਂ ਦਾ ਵਿਰੋਧ ਵੀ ਹੋਇਆ। ਜਿੱਥੇ
ਆਪਾਂ ਗੱਲ ਕੀਤੀ ਹੈ ਕਿ ਸੋਨੂ ਸੂਦ ਵੀ ਆ ਸਕਦੇ ਸਨ, ਪਰ ਸੋਨੂ ਸੂਦ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ। ਪਹਿਲਾਂ ਚੋਣ ਕਮਿਸ਼ਨ ਨੇ ਸੋਨੂ ਸੂਦ ਨੂੰ ਪੰਜਾਬ ਸਟੇਟ ਦਾ ਆਈਕਨ ਵੀ ਬਣਾਇਆ ਸੀ, ਉਹਦੀ ਨਿਯੁਕਤੀ ਕੀਤੀ ਸੀ, ਪਰ ਫਿਰ ਹੁਣ ਪੰਜਾਬ ਕਮਿਸ਼ਨ ਨੇ ਉਹਨਾਂ ਦੇ ਜਿਹੜਾ ਹੈ ਉਸ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ। ਵੇਖੋ ਬੜੇ ਲੋਕ ਕਹਿੰਦੇ ਸੀ ਜੀ ਫਲਾਨਾ ਜੀ ਧਮਕਾਨਾ, ਪਰ ਇਹ ਵੀ ਗੱਲ ਪੱਕੀ ਹੈ ਕਿ ਸਾਰਾ ਕੁਝ ਦੇਖ ਦਾਖ ਕੇ ਉਹਨਾਂ ਨੂੰ ਵੀ ਇਹ ਪਤਾ ਲੱਗ ਗਿਆ ਵੀ ਕਾਂਗਰਸ ਨਾਲੋਂ ਸੋਨਾ ਜਿਵੇਂ 24 ਕੈਰਟ 골ਡ ਹੁੰਦਾ ਨਾ, ਖਰੀ ਪਾਰਟੀ ਕੋਈ ਨਹੀਂ। ਇਸ ਕਰਕੇ ਉਹਨਾਂ ਦੀ ਚੋਇਸ ਦੇ ਉੱਤੇ ਵੀ ਮੈਂ ਉਹਨਾਂ ਨੂੰ ਵਧਾਈ ਦਿੰਦਾ, ਔਰ ਇਹਨੂੰ ਅਸੀਂ ਆਪਦੇ ਪਰਿਵਾਰ ਦਾ ਬਹੁਤ ਅਹਿਮ ਇੱਜ਼ਤਦਾਰ ਹਿੱਸਾ ਬਣਾ ਕੇ ਰੱਖਾਂਗੇ, ਗਹਿਣੇ ਵਾਂਗ ਸਜਾ ਕੇ ਰੱਖਾਂਗੇ। ਗॉड ब्लेस यू बेटा एंड वेलकम। और मैं ਹੁਣ ਇਹਨੂੰ ਸ਼ਾਮਲ ਕਰਦਾ। ਚੁਣਾਵ ਮੌਕੇ ਤੋਂ ਹੀ ਲੜਨਗੇ ਜੀ, ਮੈਂ ਕਿਹਾ ਇਹ ਤੁਹਾਨੂੰ ਪਤਾ ਲੱਗ ਜਾਏਗਾ। ਮੌਕੇ ਨੂੰ ਬਚਾ ਲੋਗੇ ਜੀ, ਮੌਕੇ ਨੂੰ ਬਚਾ ਲੋਗੇ ਜੀ। ਕਾਂਗਰਸ ਪਾਰਟੀ ਜਿੰਦਾਬਾਦ, ਮਾਲਵਿਕਾ ਸੂਦ ਜਿੰਦਾਬਾਦ। ਸੋ ਐਸੇ ਪਰਿਵਾਰ ਦਾ ਸਾਡੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਇਹ ਕਾਂਗਰਸ ਪਾਰਟੀ ਵਾਸਤੇ ਔਰ ਪੰਜਾਬ ਵਾਸਤੇ ਸ਼ੁਭ ਸ਼ਗਨ ਹੈ। ਰਾਜਨੀਤੀ ਵੀ ਇੱਕ ਸੇਵਾ ਹੈ, ਜੇ ਇਸ ਨੂੰ ਸੇਵਾ ਭਾਵਨਾ ਦੇ ਨਾਲ ਕੀਤਾ ਜਾਵੇ ਤੇ ਸੇਵਾ ਭਾਵਨਾ ਦੇ ਨਾਲ ਅੱਗੇ ਸਾਡੀ ਭੈਣ ਵੱਧ ਕੇ ਆਈ ਹੈ ਮਾਲਵਿਕਾ। ਸੋ ਦੋਸਤੋ ਹੁਣ ਗੱਲ ਕਰਦੇ ਹਾਂ ਆਪਾਂ ਪੰਜਾਬ ਦੀ ਉਹ ਸਰਗਰਮੀ ਤੇ, ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕੇਸ ਦਰਜ ਹੋਇਆ ਸੀ, ਜਿਹੜੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਨਸ਼ੇ ਦੀ, ਉਸ ਨੂੰ ਲੈ ਕੇ। ਪਰ ਉਹਨਾਂ ਦੇ ਲੋਕਆਊਟ ਦੇ ਬਾਅਦ ਵੀ ਉਹਨਾਂ ਨੂੰ ਲੱਭਿਆ ਨਹੀਂ ਜਾ ਸਕਿਆ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਜਾ ਸਕਿਆ, ਜਗ੍ਹਾ ਜਗ੍ਹਾ ਛਾਪੇ ਮਾਰੇ ਗਏ। ਪਰ ਅੱਜ ਉਹਨਾਂ ਨੂੰ ਜਿਹੜੀ ਹੈ ਉਸ ਦੇ ਵਿੱਚ ਜ਼ਮਾਨਤ ਮਿਲ ਗਈ ਹੈ। ਸੋ CM ਚੰਦੀ ਨੇ ਕਾਫੀ ਉਹਦੇ 'ਤੇ ਰਿਵਰਟ ਵੀ ਕੀਤਾ ਹੈ, ਦੱਸਿਆ ਹੈ ਕਿ ਉਹਨਾਂ ਕੀ ਕਹਿਣਾ ਚਾਹੁੰਦੇ ਹਨ। ਜਦੋਂ ਇਹ ਗੱਲ ਉਦੋਂ ਹੀ ਹੋਈ ਜਦੋਂ ਉਹ ਮੋਗਾ ਦੇ ਵਿੱਚ ਸੋਨੂ ਸੂਦ ਦੀ ਭੈਣ ਨੂੰ ਮਿਲਾ ਰਹੇ ਸਨ ਕਾਂਗਰਸ ਦੇ ਵਿੱਚ। ਸੋ ਉਦੋਂ ਉਹਨਾਂ ਨੇ ਵੀ ਇਹ ਬਿਆਨ ਦਿੱਤਾ ਹੈ ਕਿ ਕੋਈ ਗੱਲ ਨਹੀਂ, ਜੇ ਜ਼ਮਾਨਤ ਹੋ ਵੀ ਗਈ ਹੈ ਤਾਂ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਸ ਦੇ ਉੱਤੇ ਕਾਰਵਾਈ ਹੋਏਗੀ ਜਾਂ ਇਸ ਦੀ ਜਿਹੜੀ ਹੈਗੀ ਆ ਪੁੱਛਗਿੱਛ ਕੀਤੀ ਜਾਵੇਗੀ ਤਾਂ ਉਦੋਂ ਇਹ ਸਾਹਮਣੇ ਆ ਜਾਵੇਗਾ ਕਿ ਉਹਨਾਂ ਦੀ ਕੀ ਸ਼ਮੂਲੀਅਤ ਹੈ ਇਹਦੇ ਵਿੱਚ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਜ਼ਮਾਨਤ ਹੋਣ ਨਾਲ ਕੇਸ ਖਤਮ ਨਹੀਂ ਹੋ ਜਾਂਦਾ ਜਾਂ ਤੁਸੀਂ ਬੇਕਸੂਰ ਨਹੀਂ ਹੋ ਜਾਂਦੇ, ਅਤੇ ਜਦੋਂ ਇਹਦੇ 'ਤੇ ਕਾਰਵਾਈ ਹੋਵੇਗੀ ਤਾਂ ਉਦੋਂ ਪਤਾ ਲੱਗ ਜਾਵੇਗਾ ਕਿ ਕੌਣ ਕਿੰਨਾ ਕੁ ਜਿਹੜਾ ਹੈ ਇਸ ਦੇ ਵਿੱਚ ਸਮਿਲਤ ਹੈ। ਸੋ ਸੋਮਵਾਰ ਨੂੰ ਮਜੀਠੀਆ ਕੇਸ ਦੀ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ, ਜਿਵੇਂ ਸੋਮਵਾਰ ਦਾ ਮੰਨ ਲਓ ਕਿ ਅੱਜ ਉਹਨਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ 'ਤੇ ਵੀ ਰੋਕ ਲਗਾ ਦਿੱਤੀ ਹੈ। ਉਹ ਕਈ ਦਿਨਾਂ ਤੋਂ ਯਤਨ ਕਰ ਰਹੇ ਸਨ ਕਿ ਉਹਨਾਂ ਨੂੰ ਜ਼ਮਾਨਤ ਮਿਲ ਜਾਵੇ। ਪਹਿਲਾਂ ਮੋਹਾਲੀ ਦੀ ਆਮ ਅਦਾਲਤ ਦੇ ਵਿੱਚ ਉਹਨਾਂ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਜੋ ਕਿ ਉਹਨਾਂ ਦੀ ਖਾਰਿਜ ਹੋ ਗਈ ਸੀ। ਉਹ ਇਸ ਕਰਕੇ ਕਿ ਅਦਾਲਤ ਨੇ ਕਿਹਾ ਸੀ ਕਿਉਂਕਿ ਇਸ ਵਿੱਚ ਪੁੱਛਗਿੱਛ ਦੀ ਲੋੜ ਹੈ ਅਤੇ ਇਸ ਕਰਕੇ ਜਿਹੜੀ ਹੈ ਪੁਲਿਸ ਤੁਹਾਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਬਹੁਤ ਜਗ੍ਹਾ ਛਾਪੇਮਾਰੀ ਵੀ ਕੀਤੀ ਗਈ ਪਰ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਕਾਰਨ ਭਾਵੇਂ ਉਹਦੇ ਕੋਈ ਵੀ ਹੋਣ, ਅਕਾਲੀ ਦਲ ਨੂੰ ਇਸ ਦੀ ਵੱਡੀ ਰਾਹਤ ਮਿਲੀ ਹੈ ਕਿਉਂਕਿ ਇਸ ਦੇ ਨਾਲ ਕੀ ਹੋਏਗਾ ਕਿ ਇੱਕ ਬਹੁਤ ਵੱਡੀ ਜਿਹੜੀ, ਕਿਉਂਕਿ ਵੋਟਾਂ ਦਾ ਜੋ ਇਸ ਟਾਈਮ ਹੈ, ਮੈਨ ਪਾਵਰ ਦੀ ਲੋੜ ਹੈ। ਸੋ ਇਹ ਬੜੇ ਸਰਗਰਮ ਹਨ ਅਕਾਲੀ ਪਾਰਟੀ ਦੇ ਵਿੱਚ। ਸੋ ਜਦੋਂ ਪਿਛਲੇ ਦਿਨੀ ਬਿਕਰਮ ਸਿੰਘ ਮਜੀਠੀਆ ਨੇ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਪਾਈ ਸੀ ਜ਼ਮਾਨਤ ਲਈ, ਤਾਂ ਉਸ ਤੋਂ ਬਾਅਦ ਹਾਈ ਕੋਰਟ ਨੇ ਸਰਕਾਰ ਨੂੰ ਵੀ ਇੱਕ ਨੋਟਿਸ ਭੇਜਿਆ ਸੀ ਕਿ ਤੁਸੀਂ ਆਪਣਾ ਜੋ ਵੀ ਹੈ ਇਸ ਦੇ ਉੱਤੇ ਦੱਸਣਾ ਚਾਹੁੰਦੇ ਹੋ ਉਹ ਸਾਨੂੰ ਪੇਸ਼ ਕਰੋ, ਅਤੇ ਫਿਰ ਉਹਨਾਂ ਨੇ ਉਸ ਨੂੰ ਆਪਣਾ ਜੋ ਪੱਖ ਸੀ ਉਹ ਉਸ ਦੇ ਵਿੱਚ ਪੇਸ਼ ਕੀਤਾ ਸੀ। ਸੋ ਸਾਡੇ ਪੰਜਾਬ ਦੇ ਵਿੱਚ ਕਾਂਗਰਸ ਦੀ ਕੋਸ਼ਿਸ਼ ਸੀ ਕਿ ਇਸ ਨਸ਼ੇ ਦੇ ਮੁੱਦੇ ਨੂੰ ਜੋ ਇਸ ਦੇ ਥਰੂ, ਇਸ ਕੇਸ ਦੇ ਥਰੂ ਇੱਕ ਮੁੱਦਾ ਬਣਾ ਕੇ ਪੰਜਾਬ ਦੇ ਵਿੱਚ ਪੇਸ਼ ਕੀਤਾ ਜਾਵੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਹੈ ਪੰਜਾਬ ਦੇ ਵਿੱਚ ਕਾਂਗਰਸ ਜਿੱਤ ਪ੍ਰਾਪਤ ਕਰ ਸਕੇ, ਵੱਧ ਤੋਂ ਵੱਧ ਸੀਟਾਂ ਲੈ ਸਕੇ। ਸੋ ਉਹਨਾਂ ਨੇ ਬੜੇ ਜ਼ੋਰ ਦੇ ਢੰਗ ਨਾਲ ਇਹਦੀ ਪੈਰਵੀ ਵੀ ਕੀਤੀ ਸੀ, ਪਰ ਹੁਣ ਥੋੜ੍ਹਾ ਜਿਹਾ ਇਹਦੇ ਨਾਲ ਚੇਂਜ ਹੋ ਜਾਵੇਗਾ ਅਤੇ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਕੀ ਪ੍ਰਭਾਵ ਪੈਂਦਾ ਹੈ ਜੋ ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਹਨ। इंटरिम बेल मानयोग हाई कोर्ट ने ग्रांट कर दी है। आर्गू कितने देर चले क्योंकि 2 बजे केस शुरू हुआ? चिदम्बरम साहब ने 2 तो लेकर कोई 2:45 बजे तक बहस की थी और जो मटेरियल ऑन रिकॉर्ड सी और जो सील्ड रिकॉर्ड सी ऑनरेबल हाई कोर्ट ने बहुत
carefully minutely peruse ਕੀਤਾ after seeing all the record high court ਨੇ direction ਦਿੱਤੀ ਹੈ that this is a case where he can join investigation and when the investigation is joined he will not be arrested and released on bail। ਤੇ ਜਿਹੜਾ ਜਵਾਬ ਦਿੱਤਾ ਸੀ ਪੰਜਾਬ ਸਰਕਾਰ ਨੇ ਅੱਜ ਜ਼ਮਾਨਤ ਇੰਟਰਿਮ ਬਿਲ ਮਿਲ ਗਈ ਹੈ ਜੀ, ਮੈਟਰ ਸਬ ਜੁਡਿਸ ਹੈ, ਦਲੀਲਾਂ ਸਾਰੀਆਂ ਤੁਹਾਨੂੰ ਫਿਰ ਦੱਸ ਦਿਆਂਗੇ ਜੀ। ਲੈਟ ਅਸ ਪ੍ਰੋਸੀਡ ਫਰਦਰ। ਕੰਡੀਸ਼ਨ ਜਿਹੜੀ ਇੰਟਰਿਮ ਬਿਲ ਦੀ ਰੈਗੂਲਰਲੀ ਹੁੰਦੀਆਂ ਜੀ ਉਹੀ ਲੱਗੀਆਂ, ਕੋਈ ਖਾਸ ਕੰਡੀਸ਼ਨ ਨਹੀਂ ਲੱਗੀਆਂ ਤੇ ਹੀ ਵਿਲ ਬੀ ਐਬਸੋਲੂਟ ਪਲੀਜ਼ ਬੀ ਅਵੇਅਰ ਫਰਮ ਪਲੀਜ਼ ਨੋ that he will be very very happy to abide by all the conditions of law and he is joining investigation on Wednesday at 11 AM। he has not to be arrested in this case। ਕਿਆ ਕੋਰਟ ਨੇ ਇਹ ਵੀ ਕਿਹਾ ਜੀ ਜਦੋਂ ਜ਼ਮਾਨਤ ਮਿਲੀ ਹੈ ਕਿ ਇਹ ਜਿਹੜਾ ਪੋਲੀਟੀਕਲ ਵੈਂਡੇਟਾ ਦੀ ਕੇਸ ਹੈ? ਸਿਰਫ ਇੰਟਰਿਮ ਆਰਡਰ ਹੋਇਆ ਜੀ ਔਰ ਉੱਚੇ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਜਦ ਇਹ ਇਨਵੈਸਟੀਗੇਸ਼ਨ ਜੁਆਇਨ ਕਰਨਗੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਆਪਾਂ ਗੱਲ ਕਰ ਲਈਏ ਉੱਤਰਾਖੰਡ ਦੇ ਵਿੱਚ ਜੋ ਵੋਟਾਂ ਪੈਣੀਆਂ ਹਨ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰ ਖੜੇ ਕੀਤੇ ਹਨ। ਅੱਜ ਮਨੀਸ਼ ਸਿਸੋਦੀਆ ਉੱਥੇ ਗਏ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਆਪਣਾ ਸੰਵਾਦ ਕੀਤਾ, ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਜਿਹੜਾ ਉਹਦਾ ਵਰਕਰ ਆ ਉਹ ਹਰ ਵਰਕਰ ਜਿਹੜਾ ਹੈ ਉਹ ਦੇਸ਼ ਭਗਤ ਆ, ਕਿਉਂਕਿ ਪਿਛਲੇ 70 ਸਾਲਾਂ ਤੋਂ ਜਿਹੜੀਆਂ ਦੂਜੀਆਂ ਪਾਰਟੀਆਂ ਹਨ ਉਹ ਹੀ ਰਾਜ ਕਰ ਰਹੀਆਂ ਹਨ ਪਰ ਉਹਨਾਂ ਦੇਸ਼ ਦਾ ਕੋਈ ਨਹੀਂ ਸਵਾਰਿਆ ਤੇ ਉਹਨਾਂ ਨੂੰ ਮਾਣ ਹੈ ਆਪਣੇ ਵਰਕਰਾਂ ਦੇ ਉੱਤੇ। ਉਹਨਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਸਮਾਜ ਦੇ ਵਿੱਚ ਬਦਲਾਅ ਲਿਆਉਣ ਲਈ ਹਰ ਵਰਕਰ ਉਹਨਾਂ ਨਾਲ ਇਸੇ ਕਰਕੇ ਜੁੜਿਆ ਹੋਇਆ ਹੈ ਕਿ ਉਹਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਸਮਾਜ ਦੇ ਵਿੱਚ ਬਦਲਾਅ ਲਿਆ ਸਕਦੀ ਹੈ। ਉਹਨਾਂ ਨੇ ਕਿਹਾ ਕਿ 70 ਸਾਲ ਹੋ ਗਏ ਨੇ ਪਾਰਟੀਆਂ ਬਦਲਦੇ ਕੁਝ ਨਹੀਂ ਬਦਲਿਆ ਪਰ ਸਭ ਕੁਝ ਉਂਝ ਹੀ ਹੈ। ਤੇ ਉਹਨਾਂ ਨੇ ਸੰਬੋਧਨ 'ਚ ਵਰਕਰਾਂ ਨੂੰ ਇਹ ਵੀ ਕਿਹਾ ਕਿ ਅਸੀਂ ਸਿਸਟਮ ਬਦਲਾਂਗੇ ਜੇ ਤੁਸੀਂ ਸਾਨੂੰ ਅਗਲੀ ਵੋਟਾਂ ਦੇ ਵਿੱਚ ਜਿਤਾਉਂਦੇ ਹੋ ਤਾਂ ਅਸੀਂ ਪੂਰਾ ਸਿਸਟਮ ਜਿਹੜਾ ਬਦਲਣਾ ਚਾਹਾਂਗੇ। ਸੋ ਇਸ ਬਦਲਾਅ ਨੂੰ ਲਿਆਉਣ ਦੇ ਲਈ ਇਹੀ ਇੱਕੋ ਜ਼ਰੀਆ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਆਉਣ ਵਾਲੀਆਂ ਵੋਟਾਂ ਦੇ ਵਿੱਚ ਜਿਤਾਓ। ਤੋ ਇਹ ਸਾਡੇ ਲਈ ਇੱਕ ਬਦਲਾਅ ਲਿਆਉਣ ਦਾ ਮੌਕਾ ਹੈ, ਉਹਨਾਂ ਦਾ ਕਹਿਣਾ ਸੀ ਆਪਣੇ ਵਰਕਰਾਂ ਨੂੰ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਨੇ ਪਾਰਟੀ ਨੂੰ ਜਿਹੜਾ ਚੋਣ ਪ੍ਰਚਾਰ ਕਰਨ ਲਈ ਨਿਕਲਣ ਉਹਨਾਂ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਇਹ ਕਿਹਾ ਕਿ ਜੇ ਤੁਸੀਂ ਚੋਣ ਪ੍ਰਚਾਰ ਲਈ ਕਰਨ ਨਿਕਲਦੇ ਹੋ ਤਾਂ ਤੁਸੀਂ ਇਸ ਇਰਾਦੇ ਨਾਲ ਨਿਕਲੋ ਕਿ ਤੁਸੀਂ ਇੱਕ ਵੱਡਾ ਬਦਲਾਅ ਕਰਨ ਜਾ ਰਹੇ ਹੋ। ਤੁਸੀਂ ਇਕੱਲਾ ਪ੍ਰਚਾਰ ਹੀ ਨਹੀਂ ਕਰ ਰਹੇ ਸਗੋਂ ਤੁਸੀਂ ਦੇਸ਼ ਭਗਤੀ ਦਾ ਕੰਮ ਵੀ ਕਰ ਰਹੇ ਹਨ। ਜੇ ਆਪਾਂ ਕਹਿ ਲਈਏ ਕਿ ਉਹਨਾਂ ਨੇ ਆਪਣੇ ਵਰਕਰਾਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਨੂੰ ਇਕੱਲਾ ਪ੍ਰਚਾਰ ਨਾ ਸਮਝ ਕੇ ਆਪਾਂ ਜੋ ਬਦਲਾਅ ਲਿਆਉਣਾ ਚਾਹੁੰਦੇ ਹਾਂ ਆਪਣੇ ਸਮਾਜ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਉਹਦੇ ਲਈ ਆਮ ਆਦਮੀ ਪਾਰਟੀ ਨੂੰ ਸਪੋਰਟ ਕਰੋ ਤੇ ਇਸ ਤਰ੍ਹਾਂ ਹੀ ਤੁਸੀਂ ਸੋਚੋ। आप सब जानते हैं कि 35 दिन बाद, आज से ठीक 35 दिन बाद यानी 14 फरवरी को उत्तराखंड में नई सरकार के लिए चुनाव होना है। अब यह कोई खाली नई सरकार के लिए चुनाव नहीं है बल्कि उत्तराखंड के स्कूल कैसे होंगे, उत्तराखंड के अस्पताल कैसे होंगे, उत्तराखंड के लोगों को रोजगार मिलेगा कि नहीं मिलेगा, उत्तराखंड के पहाड़ों से पलायन रुकेगा कि नहीं रुकेगा, इसका चुनाव है। 21 साल पहले एक बहुत बड़े महान आंदोलन से उत्तराखंड राज्य का जन्म हुआ। हमने जिनको सत्ता की चाबी दी उन्होंने आपस में सेटिंग कर ली कि 5 साल तुम लूटो, 5 साल हम लूटेंगे, 5 साल तुम लूटो, 5 साल कांग्रेस लूटेगी, 5 साल बीजेपी लूटेगी, 5 साल कांग्रेस लूटेगी। इस लूट की म्यूजिकल चेयर को बंद करने का चुनाव है। यह सिर्फ आम आदमी पार्टी या अरविंद केजरीवाल जी की राजनीति या झाड़ू पे बटन दबाने का चुनाव नहीं है बल्कि इस बात का चुनाव है कि उत्तराखंड के युवाओं के सपने अब सच होंगे या 21 साल पहले जिस तरह से धोखा दिया जाता रहा था और 21 साल से जिस तरह से धोखा दिया जाता रहा है उस तरह से ही उसको छोड़ना पड़ेगा। उत्तराखंड को बदलने का समय आ गया है, उत्तराखंड को फिर से खड़ा करने का समय आ गया है। 14 फरवरी का दिन झाड़ू पे बटन दबा के आप उत्तराखंड की सिर्फ राजनीति को नहीं बदल रहे होंगे, उत्तराखंड को बदल रहे होंगे। आज उत्तराखंड को एक नया विकल्प मिल रहा है। अभी तक कांग्रेस और बीजेपी के पास के अलावा कोई विकल्प नहीं था। कांग्रेस और बीजेपी को मतलब कांग्रेस को हटाओ तो बीजेपी, बीजेपी को हटाओ तो कांग्रेस, कांग्रेस को हटाओ फिर बीजेपी, फिर कांग्रेस, ये विकल्प था। आज आम आदमी पार्टी आ गई है, अरविंद केजरीवाल जी आ गए जिन्होंने दिल्ली में इतना करके दिखाया है कि आपने दोनों पार्टियों को 10-10 साल दे दिए। एक मौका केजरीवाल जी की राजनीति को देके देखिए, जिस तरह से दिल्ली में बदला वैसे ही बदलेगा। ਸੋ ਅਗਲੀ ਗੱਲ ਕਰਦੇ ਹਾਂ ਆਪਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਸ਼ਤਿਹਾਰ ਜਾਂ ਪੈਂਫਲੇਟ ਛਾਪੇ ਗਏ ਤੇ ਫਿਰ ਉਹਨੂੰ ਵੰਡਿਆ ਗਿਆ।
ਇਹ ਸਭ ਪਾਰਟੀਆਂ ਨੂੰ ਉਹਨਾਂ ਨੇ ਇਹ ਕਿਹਾ ਹੈ, ਲੋਕਾਂ ਨੂੰ ਕਿਹਾ ਕਿ ਜਿਹੜੀਆਂ ਪਾਰਟੀਆਂ ਤੁਹਾਨੂੰ ਵੋਟ ਪਾਉਣ ਲਈ ਪੈਸੇ ਦਿੰਦੇ ਹਨ ਉਹਨਾਂ ਤੋਂ ਪੈਸੇ ਲੈ ਲਓ। ਸੋ ਪੈਸੇ ਲੈ ਕੇ ਪਰ ਵੋਟ ਤੁਸੀਂ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੂੰ ਪਾਓ। ਪਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੇ ਉੱਤੇ ਨੋਟਿਸ ਲਿਆ। ਯੂਥ ਅਕਾਲੀ ਦਲ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੇ ਜਲੰਧਰ ਦੇ ADC ਨੂੰ ਇੱਕ ਮੰਗ ਪੱਤਰ ਸੌਂਪਿਆ ਹੈ। ਇਸੇ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਜਿਸ ਵੱਲੋਂ ਇਹ ਇਸ਼ਤਿਹਾਰ ਜਾਰੀ ਕੀਤੇ ਗਏ ਹਨ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਅਤੇ ਉਹਨਾਂ ਨੇ ਆਮ ਆਦਮੀ ਪਾਰਟੀ 'ਤੇ ਵੀ ਤੰਜ ਕੱਸਿਆ ਹੈ ਕਿ ਅਜਿਹੇ ਪੈਂਪਲੇਟ ਛਾਪਣ 'ਤੇ ਆਮ ਆਦਮੀ ਪਾਰਟੀ ਵੱਲੋਂ ਇਹ ਸਿੱਧ ਕਰ ਦਿੱਤਾ ਗਿਆ ਹੈ ਕਿ ਉਹਨਾਂ ਦੀ ਮਾਨਸਿਕਤਾ ਹੈ ਕਿ ਵੋਟਾਂ ਵਿੱਚ ਪੈਸੇ ਨਾਲ ਦਿੱਤੀਆਂ ਜਾਂਦੀਆਂ ਹਨ, ਜਿਵੇਂ ਕਿ ਆਮ ਆਦਮੀ ਪਾਰਟੀ ਕਰ ਰਹੀ ਹੈ। ਮਤਲਬ ਉਲਟਾ ਉਹ ਇਲਜ਼ਾਮ ਲਗਾ ਰਹੇ ਹਨ ਕਿ ਆਮ ਆਦਮੀ ਪਾਰਟੀ ਪੈਸੇ ਦੇ ਰਹੀ ਹੈ ਲੋਕਾਂ ਨੂੰ ਵੋਟਾਂ ਪਵਾਉਣ ਦੇ ਲਈ। ਸੋ ਇਹ ਕਹਿਣਾ ਹੈ ਅਕਾਲੀ ਦਲ ਦਾ ਕਿ ਅਕਾਲੀ ਦਲ ਨੂੰ ਕੋਈ ਵੀ ਪੈਸੇ ਦੇ ਕੇ ਵੋਟਾਂ ਨਹੀਂ ਪਵਾਉਂਦਾ, ਉਹ ਜਿਹੜੇ ਆਮ ਉਹਨਾਂ ਦੇ ਵਰਕਰ ਹਨ ਜਾਂ ਜਿਹੜਾ ਉਹਨੂੰ ਪਸੰਦ ਕਰਦੇ ਹਨ ਉਹੀ ਪਾਉਂਦੇ ਹਨ। ਅਤੇ ਇਸ ਦੇ ਉੱਤੇ ADC ਨੇ ਵੀ ਕਿਹਾ ਹੈ ਕਿ ਮੈਂ ਇਸ ਦੇ ਉੱਤੇ ਕਾਰਵਾਈ ਕਰਾਂਗਾ, ਪਹਿਲਾਂ ਮੈਂ ਇਸ ਦੀ ਪੜਤਾਲ ਕਰਾਵਾਂਗਾ ਕਿ ਕੌਣ ਹੈ। ਇਨਕੁਆਇਰੀ ਦੇ ਵਿੱਚ ਜੋ ਵੀ ਬੰਦਾ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਸ ਤੋਂ ਬਾਅਦ ਉੱਤੇ ਕਾਰਵਾਈ ਹੋਵੇਗੀ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਇਹ 'ਤੇ ਕੀ ਕਾਰਵਾਈ ਹੁੰਦੀ ਹੈ। ਸੋ ਅਗਲੀ ਗੱਲ ਕਰਦੇ ਹਾਂ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਕਰੋਨਾ ਵਾਇਰਸ ਜੋ ਓਮੀਕਰੋਨ ਨਵਾਂ ਵੇਰੀਐਂਟ ਹੈ ਉਸ ਨੇ ਸਾਰੇ ਸੰਸਾਰ ਦੇ ਵਿੱਚ ਪੂਰੀ ਭਜੜ ਮਚਾਈ ਹੋਈ ਹੈ। ਅਤੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਸੈਕੰਡ ਵੇਵ ਆਈ ਸੀ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਸੀ। ਇਸੇ ਤਰ੍ਹਾਂ ਹੀ ਹੁਣ ਥਰਡ ਵੇਵ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਹੌਸਪੀਟਲਾਈਜ਼ ਤਾਂ ਲੋਕ ਘੱਟ ਹੋ ਰਹੇ ਹਨ, ਪਰ ਇਹ ਫੈਲਦਾ ਬਹੁਤ ਜਲਦੀ ਹੈ। ਸੋ ਇਸ ਦੇ ਵਿੱਚ ਠੀਕ ਹੋਣ ਦੀ ਦਰ ਵੀ ਜ਼ਿਆਦਾ ਹੈ। ਇਸੇ ਕਰਕੇ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਚਿੱਠੀ ਲਿਖ ਕੇ ਕਈ ਸਲਾਹਾਂ ਦਿੱਤੀਆਂ ਹਨ। ਉਹਨਾਂ ਨੇ ਕਿਹਾ ਹੈ ਕਿ ਵੱਧਦੇ ਹੋਏ ਇਸ ਮਾਮਲੇ ਦੇ ਦੌਰਾਨ ਤੁਸੀਂ ਸੂਬਿਆਂ ਦੇ ਹਾਲਾਤ 'ਤੇ ਤਿੱਖੀ ਨਜ਼ਰ ਰੱਖੋ, ਦੇਖੋ ਕਿ ਕਿਸ ਤਰ੍ਹਾਂ ਦੇ ਕਿੰਨੇ ਕੁ ਜਿਹੜੇ ਹੈ ਇਸ ਟਾਈਮ ਫੈਲਾਅ ਚੱਲ ਰਿਹਾ ਹੈ। ਉਸ ਵਿੱਚ ਜਿਹੜਾ ਹੈ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਵੀ ਇਹ ਕਿਹਾ ਹੈ, ਲਿਖਿਆ ਹੈ ਕਿ ਮੌਜੂਦਾ ਮਾਮਲਿਆਂ ਦੇ ਵਿੱਚ ਆਏ ਉਛਾਲ ਵਿਚਕਾਰ 5 ਤੋਂ 10% ਸਰਗਰਮ ਮਾਮਲਿਆਂ ਨੂੰ ਹੀ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਵੀ ਇਹ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੁੰਦੇ ਹਨ ਉੱਥੋਂ ਬਹੁਤੇ ਲੋਕਾਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ, ਉਹ ਘਰੇ ਹੀ ਠੀਕ ਹੋ ਜਾਂਦੇ ਹਨ ਅਗਰ ਉਹ ਥੋੜ੍ਹਾ ਜਿਹਾ ਧਿਆਨ ਰੱਖਣ। ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ, ਰਫ਼ਤਾਰ ਵੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸੇ ਕਰਕੇ ਆਪਾਂ ਨੂੰ ਲੋੜ ਹੈ ਅਤੇ ਜੋ ਉਹਨੇ ਸਲਾਹ ਦਿੱਤੀ ਹੈ ਕਿ ਆਪਾਂ ਹਸਪਤਾਲਾਂ ਨੂੰ ਵੀ ਇਸ ਦੇ ਲਈ ਰੈਡੀ ਰੱਖੀਏ ਕਿ ਕੱਲ੍ਹ ਨੂੰ ਅਗਰ ਜ਼ਿਆਦਾ ਲੋਕਾਂ ਨੂੰ ਲੋੜ ਹੁੰਦੀ ਹਸਪਤਾਲ 'ਚ ਦਾਖਲ ਹੋਣ ਦੀ ਤਾਂ ਉਹਨਾਂ ਲਈ ਵੀ ਹਸਪਤਾਲਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਕੁੱਲ ਮਾਮਲਿਆਂ ਦੇ ਵਿੱਚ ਅਤੇ ਸਰਗਰਮ ਮਾਮਲਿਆਂ ਵਿੱਚ ਰੱਖੀ ਜਾ ਰਹੀ ਹੈ ਨਜ਼ਰ। ਜਿਵੇਂ ਕਿ ਦੱਸਿਆ ਜਾ ਰਿਹਾ ਕਿ ਦੇਸ਼ ਦੇ ਵਿੱਚ ਬੀਤੇ 24 ਘੰਟਿਆਂ 'ਚ ਕਰੋਨਾ ਵਾਇਰਸ ਦੇ 1,79,723 ਨਵੇਂ ਮਾਮਲੇ ਆਏ ਹਨ ਅਤੇ ਕੁੱਲ ਪੀੜਤਾਂ ਦੀ ਗਿਣਤੀ ਜਿਹੜੀ ਹੈ ਉਹ 3,57,07,727 'ਤੇ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ ਹੁਣ ਤੱਕ 27 ਸੂਬਿਆਂ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਏ ਓਮਿਕਰੋਨ ਵੇਰੀਐਂਟ ਦੇ 4,033 ਮਾਮਲੇ ਵੀ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 7,23,619 ਹੋ ਗਈ ਹੈ, ਜੋ ਕਰੀਬ 204 ਦਿਨਾਂ ਵਿੱਚ ਸਭ ਤੋਂ ਵੱਧ ਹੈ, ਜਦੋਂ ਕਿ 146 ਮਰੀਜ਼ਾਂ ਦੇ ਜਾਨ ਗਵਾਉਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,83,936 ਹੋ ਗਈ ਹੈ। ਅੰਕੜਿਆਂ ਅਨੁਸਾਰ ਓਮਿਕਰੋਨ ਦੇ 4,033 ਮਰੀਜ਼ਾਂ ਚੋਂ 1,552 ਲੋਕੀ ਠੀਕ ਵੀ ਹੋਏ ਹਨ ਅਤੇ ਜਾਂ ਉਹ ਦੇਸ਼ ਛੱਡ ਕੇ ਚਲੇ ਗਏ ਹਨ। ਸੋ ਦੇਸ਼ 'ਚ ਇੱਕ ਦਿਨ 'ਚ ਸੰਕਰਮਿਤ ਹੋਣ ਦੇ ਕੁੱਲ 1,79,723 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ 227 ਦਿਨਾਂ ਵਿੱਚ ਸਭ ਤੋਂ ਵੱਧ ਹਨ। ਸੋ ਇਸ ਤੋਂ ਬਚਣ ਦਾ ਇੱਕੋ ਹੀ ਇੱਕ ਜਿਹੜਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਇਕੱਠੇ ਸਾਰੇ ਜਗ੍ਹਾ ਕਿਤੇ ਵੀ ਇਕੱਠ ਨਾ ਕੀਤਾ ਜਾਵੇ। ਅਗਰ ਤੁਸੀਂ ਬਾਹਰ ਜਾਣਾ ਹੈ ਤਾਂ ਤੁਸੀਂ ਮਾਸਕ ਲਗਾ ਕੇ ਰੱਖੋ, ਇਸੇ ਤਰ੍ਹਾਂ ਦੂਸਰੇ ਲੋਕਾਂ ਤੋਂ ਥੋੜ੍ਹਾ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ ਅਤੇ ਆਪਾਂ ਨੂੰ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਕੇ ਰੱਖੋ। ਸੋ ਇਸ ਥੋੜ੍ਹੇ ਜਿਹੇ ਇਹਦੇ ਨਾਲ ਕਰਨ ਦੇ ਨਾਲ ਇਹੀ ਹੋਏਗਾ ਕਿ ਜਿਹੜਾ ਹੈ ਵੇਰੀਐਂਟ ਉਹ ਅੱਗੇ ਦੂਜਿਆਂ ਲੋਕਾਂ ਤੱਕ ਟਰਾਂਸਫਰ ਨਹੀਂ ਹੋਵੇਗਾ ਅਤੇ ਉਸ ਦੇ ਨਾਲ ਜਿਹੜਾ ਜਦੋਂ ਨਹੀਂ ਵਧੇਗਾ ਤਾਂ ਉਹ ਆਪਣੇ ਆਪ ਹੀ ਥੋੜ੍ਹੇ ਦਿਨਾਂ ਵਿੱਚ ਖਤਮ ਹੋ ਜਾਵੇਗਾ। ਅਤੇ ਇਸ ਚੀਜ਼ਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕਿਉਂਕਿ ਹੁਣ ਵੋਟਾਂ ਦਾ ਜ਼ਮਾਨਾ ਹੈ, ਜਗ੍ਹਾ ਜਗ੍ਹਾ 'ਤੇ ਇਕੱਠ ਹੋ ਰਹੇ ਸਨ। ਹਾਲਾਂਕਿ ਜਦੋਂ ਦਾ ਜਾਬਤਾ ਲੱਗਿਆ ਹੈ ਉਦੋਂ ਤੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਕੋਈ ਵੀ ਇਕੱਠ ਨਹੀਂ ਕਰ ਸਕਦੇ। ਸੋ ਇਸੇ ਤਰ੍ਹਾਂ ਹੀ ਜਿਹੜਾ ਹੈ ਬਚਾਅ ਜਿਹੜਾ ਹੈ ਉਹਦਾ ਪੂਰਾ ਪਾਲਣ ਕੀਤਾ ਜਾਵੇ, ਸਾਡੇ ਲੋਕਾਂ ਨੂੰ ਅਪੀਲ ਹੈ।
Well, we're certainly seeing a large increase in cases around the world. And as you say, last week we had almost 10 million cases reported to WHO, which is an underestimate of the global number of cases. Next week will be even more because we're seeing 2.3, 2.4, 2.5 million cases reported a day now. And a lot of this surge is due to this new variant, Omicron, this new variant of concern that we designated as a variant of concern at the end of November. Some countries are seeing rapid numbers of increase in Omicron, as well as Delta. What we are seeing this play out, doing well, that you isolate so that you don't pass the virus to somebody else. But given how efficiently this virus transmits between people, just the sheer number of increase, the sheer volume of cases will result in an increased hospitalization, because what we are seeing over and over in countries is that your risk of hospitalization is lower for Omicron compared to Delta. But even with a lower increased risk of hospitalization, if you have a huge number of cases, that will still mean that people will need to be hospitalized. And as this virus goes towards people with underlying conditions of older age, and particularly among people who are not vaccinated, there is still an increase of severe disease with Omicron. So overall, it is good news that we have lesser of a risk of severe disease, but it doesn't mean that Omicron is only mild or just a mild disease. And certainly Omicron is not the common cold. So we still need people to be careful, get vaccinated when it's your turn, but also, take steps to reduce your risk and reduce the onward spread. So thank you very much for being a leader and isolating and showing us that you could do this and you can still work. So really, it's very, very much appreciated. ਸੋ ਦੋਸਤੋ, ਇਹ ਸੀ ਅੱਜ ਦੀ ਸਾਡੀ ਕੋਸ਼ਿਸ਼, ਜਿਸ ਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਅਸੀਂ ਤੁਹਾਡੇ ਲਈ ਆਪਣਾ ਇਹ ਪ੍ਰੋਗਰਾਮ ਲੈ ਕੇ ਪੇਸ਼ ਹੋਏ, ਜਿਸ ਦਾ ਨਾਮ ਹੈ ਜ਼ਰੂਰੀ ਗੱਲ। ਸੋ ਆਸ ਕਰਦੇ ਹਾਂ ਤੁਹਾਨੂੰ ਇਹ ਕੋਸ਼ਿਸ਼ ਪਸੰਦ ਆ ਰਹੀ ਹੋਵੇਗੀ। ਕੱਲ੍ਹ ਫਿਰ ਲੈ ਕੇ ਪੇਸ਼ ਹੋਵਾਂਗੇ ਨਵੀਆਂ ਅਤੇ ਤਾਜ਼ੀਆਂ ਸਰਗਰਮੀਆਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡੇ ਲਈ ਹਾਜ਼ਰ ਹੁੰਦਾ ਟੋਰਾਂਟੋ ਸਟੂਡੀਓ ਤੋਂ ਰਵੀ ਜੱਸਲ। ਸੋ ਕੱਲ੍ਹ ਮਿਲਣ ਦੀ ਆਸ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਆਦਾਬ, ਨਮਸਕਾਰ ਅਤੇ ਸਤਿ ਸ੍ਰੀ ਅਕਾਲ।